ट्रांसपोर्ट माफिया मुर्दाबाद, ट्रांसपोर्ट माफिया मुर्दाबाद, ट्रांसपोर्ट मंत्री मुर्दाबाद, ट्रांसपोर्ट मंत्री। ਅੱਜ ਦਾ ਜਿਹੜਾ ਮਾਮਲਾ ਜੀ ਜਿਹੜਾ ਕਿ ਟਾਈਮ ਟੇਬਲਾਂ ਨੂੰ ਲੈ ਕੇ ਜਿਹੜਾ ਫਿਰ ਮਸਲਾ ਹੈ ਗਰਮਾਇਆ ਗਿਆ, ਕਿਉਂਕਿ ਪਹਿਲਾਂ ਕੁਝ ਟਾਈਮ ਪਹਿਲਾਂ ਜਦੋਂ ਕਿ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸੀ, ਜਿਹੜੇ ਟਾਈਮ ਟੇਬਲ ਬਹੁਤ ਵਧੀਆ ਢੰਗ ਨਾਲ ਤਿਆਰ ਹੋਈ ਸੀ, ਵਧੀਆ ਚੱਲ ਰਹੇ ਸੀਗੇ। ਉਸ ਤੋਂ ਪਹਿਲਾਂ ਜਿਹੜਾ ਕਿ ਟਰਾਂਸਪੋਰਟ ਮਾਫੀਆ ਦਾ ਰਾਜ ਸੀਗਾ, ਉਹ ਆਪਦੀ ਮਨਮਰਜ਼ੀ ਨਾਲ ਟਾਈਮ ਟੇਬਲ ਚਲਾਉਂਦੇ ਸੀ ਤੇ ਬਣਾਉਂਦੇ ਸੀਗੇ। ਉਹੀ ਕੁਝ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੋਇਆ ਗਾ। ਜਿਵੇਂ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਜੀ ਭੁੱਲਰ ਹੈ, ਉਹ ਬਿਲਕੁਲ ਚੁੱਪ ਹੈ। ਜਿਹੜੇ ਕਿ ਪ੍ਰਾਈਵੇਟਾਂ ਦੇ ਟਾਈਮ ਹੈ ਉਸੇ ਤਰ੍ਹਾਂ ਚੱਲ ਰਹੇ ਹੈ। ਕੁਝ ਦਿਨ ਤੋਂ ਪਹਿਲਾਂ ਉਹਨਾਂ ਦੀਆਂ ਵਧੀਕੀਆਂ ਵੀ ਹੋ ਰਹੀਆਂ, ਜਿਵੇਂ ਕਿ 8 ਤਰੀਕ ਨੂੰ ਸਾਡੇ ਇੱਕ ਡਰਾਈਵਰ ਦੇ ਇੱਥੇ ਥੋੜ੍ਹੀ ਜਿਹੀ ਤੂੰ ਮੈਂ ਦੇ ਬਾਵਜੂਦ ਉਹਨਾਂ ਨੇ ਸਿਰ ਦੇ ਵਿੱਚ ਰਾੜਾਂ ਮਾਰੀਆਂ ਸੀ। 2 ਦਿਨ ਜਿਹੜਾ ਸਾਡਾ ਕਿ ਡਰਾਈਵਰ ਹਸਪਤਾਲ ਵਿੱਚ ਦਾਖਲ ਰਿਹਾ ਗਾ। ਅਸੀਂ ਟਰਾਂਸਪੋਰਟ ਮੰਤਰੀ ਜੀ ਨੂੰ ਉਹਨਾਂ ਦੀ ਵੀਡੀਓ ਵੀ ਭੇਜਤੀ ਸੀ, ਮੌਕੇ 'ਤੇ ਸਾਰਾ ਕੁਝ ਭੇਜਿਆ ਸੀ, ਪਰ ਉਹਨਾਂ ਨੇ ਕੋਈ ਸਾਡੀ ਖਬਰਸਾਰ ਨਹੀਂ ਲਈ ਗਈ, ਨਾ ਹੀ ਉਹਨਾਂ ਨੇ ਕੋਈ ਐਕਸ਼ਨ ਲਿਆ, ਨਾ ਹੀ ਕੋਈ ਪੋਸਟ ਪਾਈ ਆ। ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਹੁੰਦੇ ਸੀਗੇ, ਉਹ ਮੌਕੇ 'ਤੇ ਆ ਕੇ ਸਾਡਾ ਪਤਾ ਵੀ ਲੈਂਦੇ, ਸਾਡੀ ਸਪੋਰਟ ਵੀ ਕਰਦੇ ਸੀ। ਹੁਣ ਅੱਜ ਬਾਦਲ ਲੰਬੀ ਵਾਲੀ ਸਾਈਡ 'ਤੇ ਸਟੂਡੈਂਟਾਂ ਨੇ ਲੜਕੀਆਂ ਨਾਲ ਜਿਹੜੇ ਕਿ ਰਘੂ ਰਾਜ ਵਾਲੇ ਟਰਾਂਸਪੋਰਟ ਆ ਤੇ ਆਲੂ ਵਾਲੀ ਲੜਕੀਆਂ ਦੱਸਣ ਦੇ ਮੁਤਾਬਕ ਹੈ, ਉਹ ਕਹਿੰਦੇ ਵੀ ਸਾਡੇ ਨਾਲ ਕਾਫੀ ਬਹਿਸਬਾਜ਼ੀ ਹੋਈ ਹੈ। ਉਹਨਾਂ ਨੇ ਕਿਹਾ ਗਾ ਵੀ ਅਸੀਂ ਜਿਹੜੀ ਇੱਧਰ ਸਰਕਾਰੀ ਗੱਡੀਆਂ ਚੱਲਦੀਆਂ 1-2 ਅਸੀਂ ਉਹ ਵੀ ਬੰਦ ਕਰਾਵਾਂਗੇ। ਉਹਨਾਂ ਨੇ ਆਪਣੇ ਕੁਝ ਬੰਦੇ ਕਾਲਚਰਾਣੀ ਚੱਕ ਤੇ ਆਨੰਦਗੜ੍ਹ ਤੈਨਾਤ ਕੀਤੇ ਸੀਗੇ, ਜਿਨ੍ਹਾਂ ਨਾਲ ਲੜਕੀਆਂ ਦੀ ਬਹਿਸਬਾਜ਼ੀ ਹੋਈ ਹੈ। ਲੜਕੀਆਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਹੋਇਆ ਵੀ ਇੱਧਰ ਸਰਕਾਰੀ ਬੱਸਾਂ 'ਚ ਟਾਈਮ ਚਲਾਏ ਜਾਣ। ਜਿਹੜੀ ਕਿ ਇਹ ਦਿਨੋਂ ਦਿਨ ਗੁੰਡਾਗਰਦੀ ਵੱਧ ਰਹੀ ਆ, ਇਹ ਤੋਂ ਸਪਸ਼ਟ ਪਤਾ ਚੱਲਦਾ ਕਿ ਜਿਹੜਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਜੀ ਭੁੱਲਰ ਹੈ, ਉਹ ਕਿਤੇ ਨਾ ਕਿਤੇ ਨਾ ਪੂੰਜੀਪਤੀ ਨਾਲ ਟਰਾਂਸਪੋਰਟ ਜਿਹੜੇ ਮਾਫੀਆ ਉਹਨਾਂ ਨਾਲ ਮਿਲ ਗਏ ਹੈਗੇ, ਜਿਹੜਾ ਕਿ ਅੱਜ ਸਾਡੇ ਗੱਲ ਤੱਕ ਹੱਥ ਪਾਉਣ ਨੂੰ ਜਾਂਦੇ ਆ। ਸਾਡੀਆਂ ਉਮੀਦਾਂ ਤੇ ਬਿਲਕੁਲ ਪਾਣੀ ਫਿਰ ਚੁੱਕਿਆ ਹੈਗਾ। ਜਿਹੜੇ ਟਾਈਮ ਟੇਬਲ ਦੂਸਰੀ ਵਾਰ ਫਿਰ ਤਿਆਰ ਹੋਏ ਆ, ਉਹਨਾਂ 'ਚ ਲਗਾਤਾਰ ਟਰਾਂਸਪੋਰਟ ਘਰਾਣਿਆਂ ਨੂੰ ਜਿਹੜਾ ਫਾਇਦਾ ਦਿੱਤਾ ਜਾ ਰਿਹਾ ਜੀ। ਲੋਕਾਂ ਨੇ ਬੜੀ ਉਮੀਦ ਨਾਲ ਸਰਕਾਰ ਬਣਾਈ ਸੀ ਤੇ ਟਰਾਂਸਪੋਰਟ ਵਿਭਾਗ ਨੂੰ ਵੀ ਪੂਰੀ ਉਮੀਦ ਸੀ ਵੀ ਇਹ ਲੋਕ ਮੁਲਾਜ਼ਮਾਂ ਦਾ ਤੇ ਲੋਕਾਂ ਦਾ ਫਾਇਦਾ ਕਰੂਗੀ। ਲੱਗਦਾ ਵੀ ਉਸ ਉਮੀਦਾਂ ਤੇ ਖਰੀ ਨਹੀਂ ਉਤਰ ਰਹੀ ਸਰਕਾਰ। ਹਾਂਜੀ ਬਿਲਕੁਲ, ਅਸੀਂ ਵੀ ਆਪਦੀ ਪੂਰੀ ਉਮੀਦ ਨਾਲ ਅਸੀਂ ਜਿਹੜੀ ਕਿ ਇਹ ਪਾਰਟੀ ਲੈ ਕੇ ਆਂਦੀ ਆ, ਵੋਟਾਂ ਪਾਈਆਂ ਸੀਗੀਆਂ ਤੇ ਉਸ ਤੋਂ ਬਾਅਦ ਅਸੀਂ ਬਿਲਕੁਲ ਕੋਈ ਸੰਘਰਸ਼ ਨਹੀਂ ਕੀਤਾ, ਕਿਉਂਕਿ ਸਾਨੂੰ ਪਤਾ ਸੀਗਾ ਵੀ ਜਿਹੜੀ ਸਰਕਾਰ ਨਵੀਂ ਬਣੀ ਹੈ ਤੇ ਇਹ ਲੋਕਾਂ ਦੇ ਹਿੱਤ ਲਈ ਕੰਮ ਕਰੂਗੀ। ਪਰ ਜਦੋਂ ਕਿ ਅਸੀਂ ਦੇਖਿਆ, ਕੁਝ ਦਿਨੋਂ ਦੇਖ ਰਹੇ ਹਾਂ ਵੀ ਇਹ ਸਰਕਾਰ ਲੋਕਾਂ ਦੇ ਹਿੱਤ ਨੂੰ ਛੱਡ ਕੇ ਪਹਿਲਾਂ ਦੀ ਤਰ੍ਹਾਂ ਉਹੀ ਪੂੰਜੀਪਤੀਆਂ ਨੂੰ ਬੜਾਵਾ ਦੇ ਰਹੀ ਹੈ, ਉਹਨਾਂ ਦੇ ਟਾਈਮ ਚਲਾ ਰਹੀ ਹੈ। ਸਾਡੀ ਕੋਈ ਗੌਰ ਨਹੀਂ ਹੋ ਰਹੀ। ਜਿਵੇਂ ਸਾਡੇ ਤੇ ਸਕੰਜਾ ਕੱਸ ਦਿੱਤਾ, ਕਹਿੰਦੇ ਵੀ 4.8 ਦੀ ਐਵਰੇਜ ਦਿੱਤੀ ਜਾਵੇ। ਉਹਦਾ ਮਤਲਬ ਹੈ ਅਸੀਂ ਗੱਡੀਆਂ ਹੌਲੀ ਲੈ ਕੇ ਜਾਈਏ। ਪ੍ਰਾਈਵੇਟ ਟਰਾਂਸਪੋਰਟਰ ਆ ਜਿਹੜੇ ਉਹ ਭਜਾ ਕੇ ਸਾਡੇ ਅੱਗੇ ਸਵਾਰੀਆਂ ਚੱਕਣ। ਜੇਕਰ ਇੰਨੀ ਐਵਰੇਜ ਲੈਣੀ ਹੈ ਤਾਂ ਅਸੀਂ 52 ਸਵਾਰੀਆਂ ਤੋਂ ਵੱਧ ਸਵਾਰੀ ਨਹੀਂ ਚੜਾ ਸਕਦੇ, 65 ਦੀ ਸਪੀਡ ਤੋਂ ਜ਼ਿਆਦਾ ਗੱਡੀ ਨਹੀਂ ਤੋਰ ਸਕਦੇ, ਜਿਹਦਾ ਕਿ ਸਿੱਧਾ ਪਤਾ ਚੱਲਦਾ ਕਿਹੜਾ ਕੀ ਫਾਇਦਾ ਇਹ ਪ੍ਰਾਈਵੇਟ ਟਰਾਂਸਪੋਰਟ ਨੂੰ ਦੇਣਾ ਚਾਹੁੰਦੇ ਆ। ਤੇ ਲਗਭਗ ਬੇੜਾ ਗਰਕ ਹੋਰ ਕਿਨਾਰੇ ਆ ਚੁੱਕਿਆ, ਕਿਉਂਕਿ ਟਾਈਮ ਟੇਬਲ ਦੂਜੀ ਵਾਰ ਚੱਲ ਪਿਆ। ਟਰਾਂਸਪੋਰਟ ਮਾਫੀਆ ਜਿਹੜਾ ਪਹਿਲਾਂ ਦੀ ਤਰ੍ਹਾਂ ਐਕਟੀਵੇਟ ਹੋ ਗਿਆ, ਸਾਡੇ ਨਾਲ ਪੂਰੀ ਜ਼ਬਰਦਸਤੀ ਧੱਕਾ ਤੋਂ ਵੀ ਹੋਣ ਲੱਗ ਗਈ ਹੈ। ਜਿਹੜੇ ਨਜਾਇਜ਼ ਟਾਈਮ ਸੀਗੇ ਉਹ ਫਿਰ ਚੱਲ ਪਏ ਆ ਜੀ। ਸਟੂਡੈਂਟਾਂ ਨੇ ਇਹ ਵੀ ਦੋਸ਼ ਲਾਇਆ, ਅੱਜ ਅਸੀਂ ਵੀ ਗਏ ਸੀ, ਉਹ ਕਹਿੰਦੇ ਵੀ ਸਾਨੂੰ ਜਲੀਲ ਵੀ ਕਰਦੇ ਆ। ਬਿਲਕੁਲ ਜਲੀਲ ਕੀਤਾ ਜੀ। ਉਹ ਲੜਕੀਆਂ ਕਹਿ ਰਹੀਆਂ, ਕਹਿੰਦੀ ਵੀ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ 1-2 ਚੱਲਦੀਆਂ ਅਸੀਂ ਇਹ ਵੀ ਹਟਾਵਾਂਗੇ। ਉਹ ਲੜਕੀਆਂ ਦੇ ਦੱਸਣ ਦੇ ਮੁਤਾਬਕ ਹੀ 3 ਅੱਡਿਆਂ ਤੇ ਇਹਨਾਂ ਨੇ ਆਪਦੇ ਗੁੰਡੇ ਤੈਨਾਤ ਕੀਤੇ ਸੀਗੇ। ਉਹ ਕਹਿੰਦੇ ਵੀ ਅਸੀਂ ਬੱਸਾਂ ਦੀ ਭੰਨ ਤੋੜ ਵੀ ਕਰਾਂਗੇ। ਜਿਹੜੀ ਇਹ ਕੁੱਟਾਮਾਰੀ ਦੀ ਘਟਨਾ ਜਿਹੜੀ 8 ਤਰੀਕ ਨੂੰ ਇੱਥੇ ਇੱਥੇ ਆਪਣਾ ਮੇਲਾ ਲੱਗਦਾ ਹੁੰਦਾ, ਮੇਲੇ ਦੇ ਵਿੱਚ ਪੂਰਾ ਸਟਾਫ ਮੌਜੂਦ ਸੀ, ਇੱਥੇ ਆਪਣਾ ਸਟਾਫ ਲਗਭਗ ਮੌਜੂਦ ਸੀਗਾ। ਉਦੋਂ ਰਾੜਾਂ ਨਾਲ ਹਮਲਾ ਕਰਨਾ ਤੇ ਸ਼ਰੇਆਮ ਸਰਕਾਰੀ ਟਰਾਂਸਪੋਰਟ ਸਰਕਾਰੀ ਬੱਸ ਨੂੰ ਭੰਨਣ ਦੀਆਂ ਧਮਕੀਆਂ ਦੇਣਾ, ਇਹ ਤੋਂ ਸਿੱਧਾ ਸਪਸ਼ਟ ਹੁੰਦਾ ਹੈ ਕਿ ਬਿਲਕੁਲ ਸਰਕਾਰ ਨਾਲ ਇਹਨਾਂ ਦੀ ਮਿਲੀ ਭੁਗਤ ਹੈ। ਜਿਹੜੀ ਮਿਲੀ ਭੁਗਤ ਦੇ ਕਾਰਨ ਇਹ ਧਮਕੀਆਂ ਦੇ ਰਹੇ ਆ। ਜਦੋਂ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸੀਗੇ, ਉਦੋਂ ਕਿਸੇ ਦੀ ਅੱਖ ਚੱਕਣ ਦੀ ਹਿੰਮਤ ਨਹੀਂ ਸੀਗੀ। ਉਦੋਂ ਵਧੀਆ ਅਸੀਂ ਆਪਣੀ ਮਰਜ਼ੀ ਨਾਲ ਜਿਵੇਂ ਸਰਕਾਰੀ ਟਾਈਮ ਟੇਬਲ ਬਣੇ ਸੀ ਉਹ ਟਾਈਮ ਟੇਬਲ ਚਲਾਉਂਦੇ ਸੀਗੇ। ਪਰ ਅਸੀਂ ਫਿਰ ਹਦਾਇਤ ਕਰਦੇ ਹਾਂ ਵੀ ਜਿਹੜਾ ਅੰਮ੍ਰਿਤਸਰ ਨੂੰ PRTC ਦਾ ਟਾਈਮ ਟੇਬਲ ਬਣਿਆ ਸੀਗਾ, PRTC ਦੇ ਫਾਇਦੇ ਵਾਲਾ ਟਾਈਮ ਟੇਬਲ ਬਣਿਆ ਸੀ, ਅਸੀਂ 2-4 ਦਿਨਾਂ ਦੇ ਵਿੱਚ ਉਹੀ ਬਹਾਲ ਕਰਾਂਗੇ। ਅਸੀਂ ਜਿਹੜਾ ਇਹਨਾਂ ਦਾ ਨਵਾਂ ਟਾਈਮ ਟੇਬਲ ਬਣਿਆ ਉਹ ਨਹੀਂ ਚੱਲਣ ਦਿੰਦੇ। ਜਿਹੜੇ ਕੰਟਰੈਕਟ ਤੇ ਮੁਲਾਜ਼ਮ ਸੀ ਤੁਹਾਡੇ, ਉਹਨਾਂ ਦੀਆਂ ਮੰਗਾਂ ਦਾ ਕੀ ਬਣਿਆ? ਨਹੀਂ ਜੀ, ਉਹਨਾਂ ਦੀਆਂ ਜਦੋਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀਆਂ ਗੱਲਾਂ ਆਉਂਦੀਆਂ ਉਦੋਂ ਇਹਨਾਂ ਨੂੰ ਕਾਨੂੰਨ ਯਾਦ ਆਉਂਦੇ ਆ। ਕੋਈ ਨਾ ਕੋਈ ਕਾਨੂੰਨ, ਜਿਵੇਂ ਕਿ ਉਮਾ ਦੇਵੀ ਦੀ ਜੱਜਮੈਂਟ ਆ, ਉਹ ਡਿੱਕਾ ਲਾ ਦਿੰਦੀ ਆ। ਪਰ ਜਦੋਂ ਟਰਾਂਸਪੋਰਟ ਮਾਫੀਏ ਨੂੰ ਇਹਨਾਂ ਨੇ ਪਰਮਿਟ ਵਧਾ ਕੇ ਦੇਣੇ ਹੁੰਦੇ ਆ, ਇੰਸਟ੍ਰਕਸ਼ਨਾਂ ਰੱਦ ਹੋਣੀਆਂ ਹੁੰਦੀਆਂ, ਉਦੋਂ ਕੋਈ ਕਾਨੂੰਨ ਨਹੀਂ, ਉਦੋਂ ਸਿਰਫ ਇਹਨਾਂ ਦੇ ਆਪ ਦੇ ਕਾਗਜ਼ ਚੱਲਦੇ ਆ। ਤੇ ਉਹਨਾਂ ਨੂੰ ਪੱਕੇ ਕਰਨ ਵਾਸਤੇ, ਰੈਗੂਲਰ ਕਰਨ ਵਾਸਤੇ ਇਹਨਾਂ ਨੇ ਕਾਫੀ ਕਾਨੂੰਨ ਅੱਗੇ ਲਿਆ ਕੇ ਖੜੇ ਕਰਤੇ ਆ ਵੀ ਇੱਥੇ ਇਹ ਡਿੱਕਾ ਲੱਗਦਾ, ਇੱਥੇ ਇਹ ਡਿੱਕਾ ਲੱਗਦਾ ਹੈ, ਜਿਹੜੇ ਕਿ ਵਾਅਦੇ ਆ ਲਗਭਗ ਹੁਣ ਤੇ ਖੋਖਲੇ ਹੋਣ ਲੱਗ ਗਏ ਆ ਜੀ। ਆਉਣ ਵਾਲੇ ਸਮੇਂ 'ਚ ਲੱਗਦਾ ਜੇ ਸਰਕਾਰ ਨੇ ਸਹੀ ਕਦਮ ਨਾ ਚੱਕਿਆ ਤਾਂ ਤੁਹਾਡਾ ਜਿਹੜਾ ਸੰਘਰਸ਼ ਅੱਗੇ ਵਧਾਉਣਗੇ? ਨਹੀਂ ਚੱਕਿਆ ਕਿ ਨਾ ਕੀ ਚੱਕਿਆ, ਚੱਕਣੇ ਨਹੀਂ ਜਿਹੜੇ ਹਿਸਾਬ 'ਤੇ ਹੁਣ ਹੋ ਰਿਹਾ। ਕਿਉਂਕਿ ਜਿਹੜੀ ਸਰਕਾਰ ਆਉਣ ਸਾਰੀ ਜਿਹੜਾ ਮੰਤਰੀ ਪ੍ਰਾਈਵੇਟ ਟਰਾਂਸਪੋਰਟਾਂ ਨੂੰ, ਘਰਾਣਿਆਂ ਨੂੰ, ਧਨਾਟਾਂ ਨੂੰ ਬੜਾਵਾ ਦੇਣ ਲੱਗ ਗਿਆ, ਉਹ ਸਾਡਾ ਕੁਝ ਨਹੀਂ ਕਰ ਸਕਦਾ। ਇਸ ਲਈ ਸਾਨੂੰ ਖੁਦ ਹੀ ਲੜਨਾ ਪੈਣਾ, ਮਹਿਕਮੇ ਵਾਸਤੇ ਖੁਦ ਲੜ ਕੇ ਹੀ ਸਾਨੂੰ ਇਹ ਟਾਈਮ ਟੇਬਲ ਚਲਾਉਣਾ ਪਊਗਾ। ਹਾਂਜੀ, ਕੀ ਮਾਮਲਾ ਜੀ? ਅੱਜ ਕਿਉਂ ਕਰ ਰਹੇ ਹੋ ਰੋਸ ਪ੍ਰਦਰਸ਼ਨ? ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ, ਜਿਹੜਾ ਗੇਟ ਤੇ ਸਾਡੀ ਰੈਲੀ ਰੱਖੀ ਗਈ ਹੈ, ਇਹ RTO ਫਰੀਦਕੋਟ ਦੁਆਰਾ ਜੋ ਟਾਈਮ ਟੇਬਲ ਬਣਾਏ ਗਏ ਨੇ, ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ।
ਉਹਨਾਂ ਦੇ ਨਾਲ ਅਸੀਂ ਮੀਟਿੰਗ ਵੀ ਕਰ ਚੁੱਕੇ ਹਾਂ, ਉਹਨਾਂ ਨੂੰ ਅਸੀਂ ਆਪਦੀ ਲੈਟਰ ਪੈਡ ਤੇ ਲਿਖ ਕੇ ਵੀ ਦੇ ਚੁੱਕੇ ਹਾਂ। ਸਾਡੇ ਜੋ ਆਗੂ ਨੇ ਉਹਨਾਂ ਨਾਲ ਬੈਠ ਕੇ ਮੀਟਿੰਗ ਵੀ ਕਰ ਚੁੱਕੇ ਨੇ, ਪਰ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ, ਕਿਤੇ ਕੋਈ ਗੱਲ ਨਹੀਂ ਸੁਣੀ ਜਾ ਰਹੀ। ਜੋ ਟਾਈਮ ਟੇਬਲ ਬਣਾਏ ਗਏ ਨੇ ਉਹ ਬਿਲਕੁਲ ਨਜਾਇਜ਼ ਤੇ ਗਲਤ ਬਣਾਏ ਗਏ ਨੇ। ਉਸ ਦੇ ਵਿੱਚ ਇਕੱਲਾ ਪ੍ਰਾਈਵੇਟ ਨੂੰ ਬੜਾਵਾ ਦਿੱਤਾ ਗਿਆ ਹੈ ਤੇ ਜੋ ਸਰਕਾਰੀ ਟਾਈਮ ਸੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਖੂੰਜੀ ਲਾ ਦਿੱਤਾ। ਇਹ ਹੋਇਆ ਉਸ ਤੋਂ ਬਾਅਦ ਹੈ ਜਦੋਂ ਦੇ ਸਾਡੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਭੁੱਲਰ ਜੀ ਨੂੰ ਟਰਾਂਸਪੋਰਟ ਮੰਤਰੀ ਲਾਇਆ ਗਿਆ। ਇਸ ਦੀ ਜੋ ਚਾਲਾਂ ਚੱਲ ਰਹੀ ਹੈ ਇਹ ਪ੍ਰਾਈਵੇਟ ਘਰਾਣੇ, ਉਸ ਤੋਂ ਇਹ ਸਪਸ਼ਟ ਹੁੰਦਾ ਹੈ ਵੀ ਜੋ ਲਾਲਜੀਤ ਭੁੱਲਰ ਨੇ ਉਹ ਬਿਲਕੁਲ ਉਹਨਾਂ ਦੇ ਨਾਲ ਮਿਲੇ ਹੋਏ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਸਾਡੇ ਇਸ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਨੇ। ਉਹ ਗੱਲ ਹੋਰ ਹੈ ਵੀ ਉਦੋਂ ਸਰਕਾਰ ਸੀ ਜੋ ਕਾਂਗਰਸ ਦੀ ਸੀ, ਪਰ ਸਾਨੂੰ ਮਾਣ ਮਹਿਸੂਸ ਹੁੰਦਾ ਸੀ, ਸਾਡੇ ਸਾਰੇ ਕੰਡਕਟਰ ਡਰਾਈਵਰ ਵੀਰਾਂ ਨੂੰ ਮਾਣ ਮਹਿਸੂਸ ਹੁੰਦਾ ਸੀ ਵੀ ਸਾਡੇ ਜੋ ਟਰਾਂਸਪੋਰਟ ਮੰਤਰੀ ਆ ਸਾਡੇ ਲਾਏ ਗਏ ਨੇ ਤੇ ਉਹ ਸਾਡੀ ਗੱਲ ਸੁਣਦੇ ਨੇ। ਜਿਵੇਂ ਤੁਸੀਂ ਪਿੱਛੇ ਜੀ ਦੇਖਿਆ ਵੀ ਚੰਡੀਗੜ੍ਹ ਦੇ ਵਿੱਚ ਇੱਕ ਸਰਕਾਰੀ ਬੱਸ ਨੂੰ ਨਹੀਂ ਲੱਗਣ ਦਿੱਤਾ ਜਾ ਰਿਹਾ ਸੀ ਪ੍ਰਾਈਵੇਟ ਦੇ ਵੱਲੋਂ, ਤਾਂ ਉਸ ਟਾਈਮ ਮੌਜੂਦਾ ਜੋ ਟਰਾਂਸਪੋਰਟ ਮੰਤਰੀ ਸਾਡੇ ਰਾਜਾ ਵੜਿੰਗ ਲਾਏ ਗਏ ਸੀ ਤਾਂ ਉਹਨਾਂ ਨੇ ਉਸ ਟਾਈਮ ਮੌਕੇ ਤੇ ਪਹੁੰਚ ਕੇ ਜੋ ਮਾਮਲਾ ਦੇਖਿਆ ਤੇ ਉਹ ਜੋ ਗੁੰਡਾਗਰਦੀ ਕਰਦੇ ਸੀ ਉਹਨਾਂ ਨੂੰ ਰੋਕਿਆ। ਪਰ ਜੇ ਆਪਾਂ ਅੱਜ ਦੇ ਟਰਾਂਸਪੋਰਟ ਮੰਤਰੀ ਦੀ ਗੱਲ ਕਰੀਏ ਤਾਂ ਸਾਡੇ ਇਸ ਬੱਸ ਸਟੈਂਡ ਦੇ ਵਿੱਚ ਇਸ ਪ੍ਰਾਈਵੇਟ ਦੇ ਵੱਲੋਂ ਸਾਡੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਗਈ ਸੀ, ਸਿਰ ਦੇ ਵਿੱਚ ਰਾੜਾਂ ਦੇ ਨਾਲ ਹਮਲਾ ਕੀਤਾ ਗਿਆ ਸੀ। ਤਾਂ ਅਸੀਂ ਉਹਦੀ ਵੀਡੀਓ ਟਰਾਂਸਪੋਰਟ ਮੰਤਰੀ ਨੂੰ ਵੀ ਦਿੱਤੀ, ਤਾਂ ਜੋ ਬਠਿੰਡੇ ਦੇ ਮੌਜੂਦਾ ਇੱਥੋਂ ਦੇ ਵਿਧਾਇਕ ਜਿੱਤੇ ਨੇ ਉਹਨਾਂ ਨੂੰ ਵੀ ਦਿੱਤੀ, ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਅੱਜ ਟਰਾਂਸਪੋਰਟ ਮੰਤਰੀ ਤੋਂ ਕੋਈ ਆਸ ਨਹੀਂ ਰਹੀ, ਸਾਨੂੰ ਲੱਗ ਹੀ ਨਹੀਂ ਰਿਹਾ ਵੀ ਸਾਡੇ ਨੇ, ਕਿਉਂਕਿ ਜਿਸ ਤਰ੍ਹਾਂ ਇਹ ਟਾਈਮ ਬਣਾ ਰਹੇ ਨੇ ਜਾਂ ਸਾਡੀ ਗੱਲ ਨਹੀਂ ਸੁਣ ਰਹੇ, ਇਸ ਤੋਂ ਸਿੱਧਾ ਸਪਸ਼ਟ ਹੋ ਰਿਹਾ ਵੀ ਜੋ ਟਰਾਂਸਪੋਰਟ ਮੰਤਰੀ ਨੇ ਇੱਕ ਤਰ੍ਹਾਂ ਦੇ ਪ੍ਰਾਈਵੇਟ ਮੰਤਰੀ ਲਾਏ ਗਏ ਨੇ। ਦੂਜੇ ਪਾਸੇ ਉਹਨਾਂ ਨੇ ਬਿਜਲੀ ਨੂੰ ਲੈ ਕੇ ਕਾਫੀ ਯੂਨਿਟਾਂ ਕਹਿੰਦੀਆਂ ਫ੍ਰੀ ਕਰਤੀਆਂ, ਕਹਿੰਦੇ ਪਰ ਅਸੀਂ ਲੋਕਾਂ ਦੀਆਂ ਮੰਗਾਂ ਤੇ ਖਰੇ ਉਤਰ ਗਏ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਹਜੇ ਜੋ ਕਰਨਗੇ ਤਾਂ ਪਤਾ ਲੱਗੂਗਾ, ਕਿਉਂਕਿ ਅਜੇ ਤਰ੍ਹਾਂ ਦੇ ਜਿਸ ਤਰ੍ਹਾਂ ਪਿਛਲੀ ਸਰਕਾਰ ਚਰਨਜੀਤ ਚੰਨੀ ਨੇ ਐਲਾਨ ਕੀਤੇ ਸੀ ਇਸ ਤਰ੍ਹਾਂ ਦੇ ਐਲਾਨ ਹੀ ਹੋ ਰਹੇ ਨੇ, ਲਾਗੂ ਹਜੇ ਕੁਝ ਨਹੀਂ ਹੋ ਰਿਹਾ। ਅਸੀਂ ਉਹਨਾਂ ਨੂੰ ਆਪਦੀਆਂ ਮੰਗਾਂ ਪ੍ਰਤੀ ਮਿਲ ਚੁੱਕੇ ਹਾਂ, ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ, ਪਰ ਸਾਡੀ ਕਿਸੇ ਮੰਗ ਤੇ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ। ਅਸੀਂ ਇਹਨਾਂ ਨੂੰ ਜਨਤਕ ਮੰਗ ਰੱਖੀ ਹੈ ਇਸ ਅਦਾਰੇ ਨੂੰ ਬਚਾਉਣ ਦੇ ਵਾਸਤੇ, ਇਸ ਜਨਤਾ ਦੀ ਸਹੂਲਤ ਦੇ ਵਾਸਤੇ ਵੀ ਸਾਨੂੰ 10,000 ਨਵੀਆਂ ਬੱਸਾਂ ਦਿੱਤੀਆਂ ਜਾਣ, ਪਰ ਨਵੀਆਂ ਬੱਸਾਂ ਦੇਣ ਦੀ ਬਜਾਏ ਉਲਟ ਇਹਨਾਂ ਨੇ ਜੋ ਪਹਿਲਾਂ ਬੱਸਾਂ ਪਾਈਆਂ ਗਈਆਂ ਸੀ ਪਿਛਲੀ ਸਰਕਾਰ ਦੁਆਰਾ, ਉਹੀ ਬੱਸਾਂ ਨੂੰ ਦੁਬਾਰੇ ਝੰਡੀਆਂ ਦੇ ਕੇ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਇਹ ਸ਼ੋਅ ਕਰਤਾ ਵੀ ਅਸੀਂ ਬੱਸਾਂ ਪਾ ਰਹੇ ਹਾਂ, ਪਰ ਰੀਅਲਟੀ ਦੇ ਵਿੱਚ ਕੋਈ ਬੱਸ ਨਹੀਂ ਪਈ ਤੇ ਨਾ ਹੀ ਪੈਣ ਦੀ ਸਾਨੂੰ ਕੋਈ ਉਮੀਦ ਹੈ, ਕਿਉਂਕਿ ਜਿਸ ਤਰ੍ਹਾਂ ਟਰਾਂਸਪੋਰਟ ਮੰਤਰੀ ਅੱਜ ਦੇ ਦੌਰ ਦੇ ਵਿੱਚ ਲੰਘ ਰਹੇ ਨੇ ਇੱਕ ਤਰ੍ਹਾਂ ਦੇ ਪ੍ਰਾਈਵੇਟ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਅੱਜ ਸਟੂਡੈਂਟ ਵੀ ਡੀ ਸਾਹਿਬ ਨੂੰ ਮਿਲੇ ਸੀ, ਉਹਨਾਂ ਨੇ ਮੰਗ ਪੱਤਰ ਤਾਂ ਉਹਨਾਂ ਨੇ ਵੀ ਬੜੇ ਗੰਭੀਰ ਦੋਸ਼ ਲਾਏ ਨੇ ਵੀ ਪ੍ਰਾਈਵੇਟ ਅਦਾਰਿਆਂ ਨੂੰ ਪ੍ਰਫੁੱਲਤ ਕਰ ਰਹੀ ਹੈ ਸਰਕਾਰ। ਬਿਲਕੁਲ ਜੀ, ਇਹ ਗੱਲ ਸਟੂਡੈਂਟਾਂ ਦੀ ਬਿਲਕੁਲ ਜਾਇਜ਼ ਹੈ, ਕਿਉਂਕਿ ਉਹ ਸਟੂਡੈਂਟਾਂ ਦੁਆਰਾ ਉਸ ਏਰੀਏ ਦੇ ਲੋਕਾਂ ਦੁਆਰਾ ਜਾਂ ਗ੍ਰਾਮ ਪੰਚਾਇਤਾਂ ਦੁਆਰਾ ਇਸ ਸਰਕਾਰੀ ਅਦਾਰੇ ਨੂੰ ਦੇ ਵਿੱਚ ਮੰਗ ਰੱਖੀ ਗਈ ਸੀ ਵੀ ਸਾਨੂੰ ਬੱਸਾਂ ਲਾਈਆਂ ਜਾਣ, ਕਿਉਂਕਿ ਸਾਨੂੰ ਦਿੱਕਤ ਬਹੁਤ ਆਉਂਦੀ ਹੈ। ਤਾਂ ਅਸੀਂ 6 ਬੱਸਾਂ ਪਹਿਲਾਂ ਲਾਈਆਂ ਸੀ 25-25 ਮਿੰਟਾਂ ਦੇ ਗੈਪ ਤੇ, ਪਰ ਉਹਨਾਂ ਨੇ ਕਿਤੇ 2 ਹੀ ਚੱਲਣ ਦਿੱਤੀਆਂ। 2 ਚੱਲਣ ਦੇ ਵਿੱਚ ਉਹਨਾਂ ਨੇ 1 ਬੰਦ ਕਰਾਤੀ ਸੀ, ਤਾਂ 1 ਜੋ ਅੱਜ ਚੱਲਦੀ ਸੀ ਉਸ ਨੂੰ ਘੇਰ ਕੇ ਧਮਕੀਆਂ ਦਿੱਤੀਆਂ ਗਈਆਂ। ਉਹ ਸਟੂਡੈਂਟਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ, ਲੋਕਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ, ਤੇ ਉਸ ਬੱਸ ਦੇ ਕੰਡਕਟਰ ਡਰਾਈਵਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਵੀ ਅਸੀਂ ਇਹ ਨਹੀਂ ਚੱਲਣ ਦੇਵਾਂਗੇ, ਜੋ ਕਿਤੇ ਨਾ ਕਿਤੇ ਨਜਾਇਜ਼ ਹੋ ਰਿਹਾ ਹੈ, ਗਲਤ ਹੋ ਰਿਹਾ ਹੈ। ਕਿਉਂਕਿ ਉਹ ਚਾਹੇ ਉੱਥੋਂ ਦੇ ਮੰਤਰੀ ਵੀ ਨੇ ਮਨਪ੍ਰੀਤ ਜੀ, ਉਹਨਾਂ ਦੀਆਂ ਹੀ ਬੱਸਾਂ ਚੱਲਦੀਆਂ ਨੇ ਲਗਭਗ ਆਲੂਵਾਲੀਆ ਤੇ ਦੀਪ ਵਾਲਿਆਂ ਦੀਆਂ ਉਹੀ ਬੱਸਾਂ ਨੇ, ਉਹੀ ਉਹਨਾਂ ਨੂੰ ਘੇਰ ਰਹੇ ਨੇ ਵਾਰ-ਵਾਰ। ਸਰਕਾਰੀ ਬੱਸ ਜੋ ਲੋਕਾਂ ਦੀ ਸਹੂਲਤ ਵਾਸਤੇ ਲਾਈ ਸੀ, ਸਟੂਡੈਂਟਾਂ ਦੀ ਸਹੂਲਤ ਵਾਸਤੇ ਲਾਈ ਸੀ, ਕਿਉਂਕਿ ਆਪਾਂ ਸਰਕਾਰ ਜੋ ਵੀ ਦਿੰਦੀ ਹੈ ਲੋਕਾਂ ਦੀ ਸਹੂਲਤ ਵਾਸਤੇ ਦਿੰਦੀ ਹੈ, ਪਬਲਿਕ ਦੀ ਸਹੂਲਤ ਵਾਸਤੇ ਦਿੰਦੀ ਹੈ, ਪਰ ਉਹ ਪ੍ਰਾਈਵੇਟ ਘਰਾਣਿਆਂ ਦੇ ਗੁੰਡੇ ਇਹ ਸਭ ਕੁਝ ਨਹੀਂ ਚੱਲਣ ਦੇ ਰਹੇ। ਜੋ ਆਪਾਂ ਅੱਜ ਦੇਖੀ ਹੈ ਸਟੂਡੈਂਟਾਂ ਦੁਆਰਾ ਵੀ ਦੋਸ਼ ਲਾਏ ਗਏ ਨੇ, ਤਾਂ ਅਸੀਂ ਉਹ ਸਟੂਡੈਂਟਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਅਸੀਂ ਕੰਟਰੈਕਟ ਵਰਕ ਯੂਨੀਅਨ ਦੇ ਜਿੰਨੇ ਵੀ ਸਾਥੀ ਆ ਉਹਨਾਂ ਦੇ ਨਾਲ ਮੋਢਾ ਲਾ ਕੇ ਖੜਾਂਗੇ। ਜਿਸ ਵੀ ਤਰ੍ਹਾਂ ਦਾ ਸੰਘਰਸ਼ ਲੜਨਾ ਪਿਆ ਇਸ ਅਦਾਰੇ ਨੂੰ ਬਚਾਉਣ ਵਾਸਤੇ, ਲੋਕਾਂ ਨੂੰ ਸਹੂਲਤ ਦੇਣ ਵਾਸਤੇ ਅਸੀਂ ਲੜਾਂਗੇ।